Welcome back to all my viewers on my YouTube channel. Just do it for a bright future. ਅੱਜ ਇੱਕ ਹੋਰ ਸੈਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਜਿਹੜਾ ਕਿ ਮੈਥਮੈਟਿਕਸ ਦੀ ਡਿਮਾਂਡ ਸੀ ਵੀ ਮੈਂ MCQ ਸੀਰੀਜ਼ ਜਿਹੜੀ ਚੱਲ ਰਹੀ ਸੀ ਅਸੀਂ ਚਲਾ ਰਹੇ ਸੀਗੇ 10th ਕਲਾਸ ਦੇ ਲਈ ਤੇ ਇਹਦੇ ਵਿੱਚ ਅਸੀਂ ਅੱਜ ਇੱਕ ਨਵਾਂ ਸੈਸ਼ਨ ਲੈ ਕੇ ਆਏ ਹਾਂ ਤੇ ਸੈਕੰਡ ਸੈਸ਼ਨ ਦੇ ਜਿਹੜੇ ਆਨਸਰ ਕੀ ਆ ਉਹ ਵੀ ਅਪਲੋਡ ਕਰ ਰਿਹਾ ਹਾਂ ਤਾਂ ਇਹ ਸੈਸ਼ਨ ਨੂੰ ਤੁਸੀਂ ਬੜੇ ਧਿਆਨ ਨਾਲ ਦੇਖਣਾ ਵਾ ਤੇ MCQ ਜਿੰਨੇ ਹੋ ਸਕਦੇ ਆ ਉਹਨੇ ਤੁਸੀਂ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਇਹ MCQ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਬਣਨਗੇ ਤੁਹਾਡੇ ਫਾਈਨਲ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਆਈ ਹੋਪ ਸਾਰੇ ਬੱਚਿਆਂ ਦਾ ਜਿਹੜਾ ਪ੍ਰੀ ਬੋਰਡ ਐਗਜ਼ਾਮ ਹੋਏਗਾ ਉਹ ਵੀ ਬਹੁਤ ਵਧੀਆ ਨਿਕਲਿਆ ਹੋਏਗਾ ਜੇਕਰ ਕਿਸੇ ਬੱਚਿਆਂ ਦਾ ਆਉਣਾ ਵਾ ਤਾਂ ਉਹਨਾਂ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਅਤੇ ਜਿੰਨਾ ਨਿਕਲ ਗਿਆ ਤਾਂ ਉਹਨਾਂ ਲਈ ਇਹ ਰਿਵੀਜ਼ਨ ਸੈਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਤਾਂ ਤੁਸੀਂ ਸਾਰੇ ਬੱਚਿਆਂ ਨੇ ਇਹਨੂੰ ਜ਼ਰੂਰ ਦੇਖਣਾ ਵਾ ਅਤੇ MCQ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨੀ ਦੇਖੋ ਸਟਾਰਟ ਕਰਦੇ ਹਾਂ ਆਨਸਰ ਕੀ ਦੇ ਨਾਲ ਫਸਟ ਸੀਗਾ ਦੀਆਂ ਸਕੇਅਰਸ ਆਰ ਡੈਸ਼ ਵੀ ਜਿਹੜੇ ਸਕੇਅਰਸ ਹੁੰਦੇ ਆ ਉਹ ਕੀ ਹੁੰਦੇ ਆ ਉਹਦਾ ਆਨਸਰ ਹੈ ਸਿਮਿਲਰ ਵੀ ਜਿਹੜੇ ਸਾਡੇ ਸਕੇਅਰ ਹੁੰਦੇ ਆ ਉਹ ਆਲਵੇਜ਼ ਸਿਮਿਲਰ ਹੁੰਦੇ ਆ ਠੀਕ ਹੈ ਜੀ ਵੈਸੇ ਰੈਕਟੈਂਗੂਲਰ ਸ਼ੇਪ ਬਣ ਗਈ ਤਾਂ ਆਲਵੇਜ਼ ਸੇਮ ਹੁੰਦੇ ਆ ਉਸ ਤੋਂ ਬਾਅਦ ਹੈ ਆਲ ਰੈਕਟੈਂਗਲਸ ਆਰ ਆਲ ਡੈਸ਼ ਟ੍ਰਾਇੰਗਲਸ ਆਰ ਸਿਮਿਲਰ ਕਿਹੜੀਆਂ ਸਿਮਿਲਰ ਹੁੰਦੀਆਂ ਨੇ ਇਕੁਏਲੇਟਰਲ ਟ੍ਰਾਇੰਗਲ ਕਿਹੜੀ ਜਿਹਦੀਆਂ ਤਿੰਨੀ ਸਾਈਡਾਂ ਕੀ ਹੁੰਦੀਆਂ ਨੇ ਸੇਮ ਹੁੰਦੀਆਂ ਨੇ ਤਾਂ ਉਹ ਹਮੇਸ਼ਾ ਸਿਮਿਲਰ ਹੋਣਗੀਆਂ ਉਸ ਤੋਂ ਬਾਅਦ ਪੁੱਛਿਆ ਗਿਆ ਵਾ ਤੁਹਾਨੂੰ ਇੱਕ ਸਟੇਟਮੈਂਟ ਬਣਾਈ ਗਈ ਆ ਅਤੇ ਇਹ ਪੁੱਛਿਆ ਗਿਆ ਵੀ ਬੋਥ ਟ੍ਰਾਇੰਗਲਸ ਆਰ ਕੀ ਨੇ ਤਾਂ ਇਹ ਟ੍ਰਾਇੰਗਲਸ ਕੀ ਨੇ ਕੋਗਨੋਜੈਂਟ ਨੇ ਠੀਕ ਹੈ ਜੀ ਉਸ ਤੋਂ ਬਾਅਦ ਮੈਸੀ ਕਾਲਮ ਕਰਨੇ ਆ ਇੰਡੀਆ ਰਾਈਟ ਐਂਗਲ ਟ੍ਰਾਇੰਗਲਸ ਜਿਹੜੀ ਰਾਈਟ ਐਂਗਲ ਟ੍ਰਾਇੰਗਲਸ ਹੁੰਦੀ ਆ ਉਹਦੇ ਵਿੱਚ ਕੀ ਹੁੰਦਾ ਵਾ ਉਹ ਪਾਈਥਾਗੋਰਸ ਥਿਊਰਮ ਦੇ ਉੱਤੇ ਬੇਸਡ ਹੁੰਦੀ ਆ ਲਿਖਿਆ ਵੀ ਹੋਇਆ ਦੇਖੋ AC ਸਕੇਅਰ ਜਾਣੀ ਕਿ ਹਾਈਪੋਟਨਿਊਜ਼ ਦਾ ਸਕੇਅਰ ਇਜ਼ ਇਕੁਅਲ ਟੂ ਬੇਸ ਦਾ ਸਕੇਅਰ ਪਲੱਸ ਪਰਪੈਂਡੀਕੂਲਰ ਦਾ ਸਕੇਅਰ ਉਸ ਤੋਂ ਬਾਅਦ ਹੈ AC ਇਜ਼ ਇਕੁਅਲ ਟੂ ਪੈਰਲਲ ਤਾਂ ਉਹ ਦੱਸਣੀ ਆ ਵੀ ਇਹ ਕਿਹੜੀ ਸਟੇਟਮੈਂਟ ਨੂੰ ਜਸਟੀਫਾਈ ਕਰਦੀ ਆ ਤਾਂ ਇਹ ਜਸਟੀਫਾਈ ਕਰਦੀ ਆ ਸਾਡੀ ਫਸਟ ਸਟੇਟਮੈਂਟ ਨੂੰ ਉਸ ਤੋਂ ਬਾਅਦ ਹੈ ਇਫ ਦੀਆਂ ਟੂ ਸਿਮਿਲਰ ਟ੍ਰਾਇੰਗਲਸ ਆਰ ਰੇਸ਼ੀਓਜ਼ 4:9 ਦੈਨ ਦੇਅਰ ਏਰੀਆਜ਼ ਆਫ ਦੀਆਂ ਰੇਸ਼ੀਓਜ਼ ਤਾਂ ਇਹਦੇ ਏਰੀਆ ਦਾ ਰੇਸ਼ੀਓ ਕੀ ਹੋਏਗਾ ਹਮੇਸ਼ਾ ਇਹਨਾਂ ਸਾਈਡਾਂ ਦਾ ਕੀ ਕਰਨਾ ਹੁੰਦਾ ਸਕੇਅਰ ਕਰ ਲਵੇ ਤਾਂ ਕੀ ਹੋਏਗਾ ਆ ਪ੍ਰੋਪਰਟੀ ਲੱਗ ਰਹੀ ਹੈ ਜੀ ਤਾਂ ਇਹਦੇ ਉੱਤੇ ਕੀ ਆਏਗਾ 4 ਦਾ ਸਕੇਅਰ 16 9 ਦਾ ਸਕੇਅਰ 81 ਤਾਂ ਇਹਦਾ ਆਨਸਰ ਕੀ ਬਣੇਗਾ ਫਸਟ ਬਣੇਗਾ ਉਸ ਤੋਂ ਬਾਅਦ ਹੈ ਦੈਨ ਦੀਆਂ ਟੂ ਸਿਮਿਲਰ ਟ੍ਰਾਇੰਗਲਸ ਆਰ ਰੇਸ਼ੀਓਜ਼ ਏਰੀਆ ਦਾ ਰੇਸ਼ੀਓ ਦਿੱਤਾ ਹੋਇਆ 4:9 ਯਾਨੀ ਕਿ ਹੁਣ ਇਹਨਾਂ ਦਾ ਕੀ ਕਰਨਾ ਵਾ 4:9 ਦਾ ਕੀ ਕਰ ਲੈਣਾ ਵਾ ਪਰਪੈਂਡੀਕੂਲਰ ਕਰ ਲੈਣਾ ਕਿਉਂਕਿ ਅਸੀਂ ਉਹਦਾ ਕੀ ਕਰਦੇ ਹੁੰਦੇ ਹਾਂ ਜਿਹੜੇ ਉਹਦੀਆਂ ਸਾਈਡਸ ਹੁੰਦੀਆਂ ਨੇ ਉਹਨਾਂ ਦਾ ਸਕੇਅਰ ਕਰ ਲੈਂਦੇ ਹੁੰਦੇ ਹਾਂ ਤਾਂ ਇਸ ਕਰਕੇ ਇਹਨਾਂ ਦਾ ਸਕੇਅਰ ਇੱਧਰ ਜਾ ਕੇ ਅੰਡਰ ਰੂਟ ਬਣ ਜਾਂਦਾ ਹੁੰਦਾ ਵਾ ਅਤੇ ਇਹਨਾਂ ਦਾ ਅੰਡਰ ਰੂਟ ਨੂੰ ਅਸੀਂ ਸੋਲਵ ਕਰਾਂਗੇ ਤਾਂ ਕੀ ਬਣੇਗਾ 4 ਦਾ ਅੰਡਰ ਰੂਟ ਕੀ ਹੁੰਦਾ ਵਾ 2 ਅਤੇ 9 ਦਾ ਅੰਡਰ ਰੂਟ ਕਿੰਨਾ ਹੁੰਦਾ 3 ਤਾਂ ਇਹਦਾ ਆਨਸਰ ਆਏਗਾ 2:3 ਆਈ ਹੋਪ ਤੁਹਾਨੂੰ ਕਲੀਅਰ ਹੋਇਆ ਹੋਣਾ ਉਸ ਤੋਂ ਬਾਅਦ ਦੇਖੋ ਕੀ ਆ ਉਸ ਤੋਂ ਬਾਅਦ ਹੈ ਮੈਸੀ ਕਾਲਮ ਕਰਨੇ ਆ ਜਿਹੜਾ ਕਿ ਸਾਡਾ 7th ਚੈਪਟਰ ਆ ਪਹਿਲਾ ਹੈ ਵੀ ਡਿਸਟੈਂਸ ਬਿਟਵੀਨ ਟੂ ਦੀਆਂ ਸੀਰੀਜ਼ ਤਾਂ ਇਹ ਡਿਸਟੈਂਸ ਦਾ ਇੱਕ ਫਾਰਮੂਲਾ ਸੀ ਜਿਹੜਾ ਕਿ ਤੁਸੀਂ ਆਈ ਹੋਪ ਤੁਹਾਨੂੰ ਯਾਦ ਹੀ ਹੋਏਗਾ ਅਤੇ ਉਹ ਵਾਲਾ ਜਿਹੜਾ ਫਾਰਮੂਲਾ ਕੀ ਆ ਵੀ ਫਾਰਮੂਲਾ ਵਾ ਇਹ ਡਿਸਟੈਂਸ ਫਾਰਮੂਲਾ ਹੁੰਦਾ ਜਿਹਦੇ ਨਾਲ ਅਸੀਂ ਯੂਜ਼ ਕਰਕੇ ਕਿਸੇ ਵੀ ਏਰੀਆ ਦਾ ਜਾਂ ਕਿਸੇ ਵੀ ਪੁਆਇੰਟ ਤੋਂ ਅਸੀਂ ਕਿਸੇ ਦਾ ਵੀ ਡਿਸਟੈਂਸ ਕੱਢ ਸਕਦੇ ਹਾਂ ਉਸ ਤੋਂ ਬਾਅਦ ਹੈ ਦੀ ਕੋਆਰਡੀਨੇਟ ਆਫ ਦੀ ਮਿਡ ਪੁਆਇੰਟ ਆਰ ਦਿਸ ਵੀ ਇੱਕ ਦੋ ਪੁਆਇੰਟ ਨੇ ਤਾਂ ਇਹਦੇ ਵਿੱਚ ਜਿਹੜਾ ਮਿਡ ਪੁਆਇੰਟ ਦਿੱਤਾ ਹੋਇਆ ਤਾਂ ਇਹਦਾ ਆਨਸਰ ਕੱਢਣ ਲਈ ਅਸੀਂ ਕੀ ਕਰਾਂਗੇ ਇਹਦੇ ਵਿੱਚ ਅਸੀਂ ਇਹ ਸੈਕਸ਼ਨਲ ਫਾਰਮੂਲਾ ਜਿਹੜਾ ਵਾ ਉਹ ਅਪਲਾਈ ਕਰਦੇ ਹਾਂ ਉਸ ਤੋਂ ਬਾਅਦ ਦੇਖੋ ਵੀ ਦੋ ਕੋਆਰਡੀਨੇਟਸ ਦਿੱਤੇ ਹੋਏ ਨੇ ਤੁਹਾਨੂੰ ਮਿਡ ਪੁਆਇੰਟ ਦੇ ਉੱਤੇ ਤਾਂ ਤੁਸੀਂ ਇਹਦਾ ਆਨਸਰ ਫਾਈਂਡ ਆਊਟ ਕਰਨਾ ਵਾ ਤਾਂ ਇਹਨੂੰ ਤੁਸੀਂ ਸੋਲਵ ਕਰਕੇ ਦੇਖਣਾ ਵਾ ਅਤੇ ਸੋਲਵ ਕਰਕੇ ਜਿਹੜਾ ਆਨਸਰ ਆਏਗਾ ਉਹ ਤੁਸੀਂ ਦੱਸ ਦੇਣਾ ਵਾ ਇਹਦਾ ਆਨਸਰ C ਨਿਕਲ ਕੇ ਆਏਗਾ ਉਸ ਤੋਂ ਬਾਅਦ ਹੈ ਦੀ ਡਿਸਟੈਂਸ ਪੁਆਇੰਟ ਆਫ ਟੂ ਦੀਆਂ Px1 y1 ਫਰੋਮ ਦੀਆਂ ਓਰੀਜਨ ਤਾਂ ਇਹਦੇ ਵਿੱਚ ਤੁਸੀਂ ਦੱਸਣਾ ਵਾ ਵੀ ਇਹਦਾ ਆਨਸਰ ਕੀ ਬਣੇਗਾ ਤਾਂ ਇਹਦਾ ਓਰੀਜਨ ਤੋਂ ਕੱਢਣ ਦੇ ਲਈ ਆਹ ਫਾਰਮੂਲਾ ਅਸੀਂ ਲਗਾ ਦਾਂਗੇ ਉਸ ਤੋਂ ਬਾਅਦ ਹੈ ਡਿਸਟੈਂਸ ਆਫ ਦੀਆਂ ਪੁਆਇੰਟ ਆਹ ਡਿਸਟੈਂਸ ਦਿੱਤਾ ਹੋਇਆ 2 ਪੁਆਇੰਟਸ ਦਾ ਤਾਂ ਸਭ ਤੋਂ ਪੁੱਛਿਆ ਗਿਆ ਵੀ ਇਹਦੀ ਵੈਲਿਊ ਕੀ ਨਿਕਲ ਕੇ ਆਏਗੀ ਤਾਂ ਇਹਦੇ ਉੱਤੇ ਕੀ ਆ ਤੁਸੀਂ ਡਿਸਟੈਂਸ ਫਾਰਮੂਲਾ ਅਪਲਾਈ ਕਰਨਾ ਆਹ ਵਾਲਾ ਇਹਦੇ ਵਿੱਚ ਵੈਲਿਊ ਪੁੱਟ ਕਰ ਲੈਣੀ ਆ ਮੈਂ ਫਿਰ ਵੀ ਥੋੜ੍ਹਾ ਹਿੰਟ ਦੇ ਦਿੰਦਾ ਜਿਵੇਂ 0 ਦਾ ਹੋਏਗਾ x1 ਫਿਰ 0 ਦਾ ਆਏਗਾ y1 6 ਦਾ ਆਏਗਾ x2 ਅਤੇ 8 ਦਾ ਆਏਗਾ y2 ਇਹਨੂੰ ਰੱਖ ਕੇ ਦੈਨ ਉਹਦੇ ਵਿੱਚ ਜਿਹੜਾ ਫਾਰਮੂਲਾ ਦਿੱਤਾ ਗਿਆ ਉਹਨੂੰ ਪੁੱਟ ਕਰਨਾ ਅਤੇ ਉਹਨੂੰ ਸੋਲਵ ਕਰ ਲੈਣਾ ਅਤੇ ਤੁਹਾਡਾ ਆਨਸਰ ਆ ਜਾਏਗਾ ਉਸ ਤੋਂ ਬਾਅਦ ਹੈ ਕੁਝ ਕੁ ਵੈਲਿਊਜ਼ ਯਾਦ ਕਰਨੀਆਂ ਪੈਣਗੀਆਂ ਕਿਉਂਕਿ ਇਹ ਟੇਬਲ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਵੇਂ sin 30 ਦੀ ਵੈਲਿਊ ਕੀ ਬਣਦੀ ਆ sin 30 ਦੀ ਵੈਲਿਊ ਬਣਦੀ ਆ 1/2 ਅਤੇ sin 30 ਸਕੇਅਰ ਪਲੱਸ cos ਸਕੇਅਰ 30 ਤਾਂ ਇਹਦੀ ਵੈਲਿਊਜ਼ ਜਿਹੜੀਆਂ ਨੇ ਉਹ ਕੱਢਣੀਆਂ ਨੇ ਤਾਂ ਉਹ ਤੁਸੀਂ ਆਨਸਰ ਉਹਦਾ ਕਰਨਾ ਵਾ ਵੀ ਉਹਦਾ ਆਨਸਰ ਕਿੰਨਾ ਬਣੇਗਾ ਤਾਂ ਉਹਦਾ ਆਨਸਰ ਬਣੇਗਾ 1 ਠੀਕ ਹੈ ਅਤੇ ਉਸ ਤੋਂ ਬਾਅਦ ਹੈ cos 45 ਜਿਹੜੀ cos 45 ਆ ਉਹਦੀ ਵੈਲਿਊ
ਕਿੰਨੀ ਹੋਏਗੀ cos 45 ਦੀ ਵੈਲਿਊ ਹੁੰਦੀ ਆ 1/√3 √2 ਸੌਰੀ। ਫਿਰ ਉਸ ਤੋਂ ਬਾਅਦ ਹੈ sin 60 sin 60 ਦੀ ਵੈਲਿਊ ਕਿੰਨੀ ਬਣੇਗੀ sin 60 ਦੀ ਵੈਲਿਊ ਬਣਦੀ ਆ 3/√2 ਇਹ ਵਾਲੀ ਬਣਦੀ ਆ। ਦੈਨ ਉਸ ਤੋਂ ਬਾਅਦ cos 90 ਦੀ ਵੈਲਿਊ ਬਣਦੀ ਆ 0 ਤੇ ਦੈਨ ਉਸ ਤੋਂ ਬਾਅਦ ਹੈ secant 45 ਹੁਣ ਜਿਹੜਾ secant ਹੁੰਦਾ ਉਹ cos ਦਾ ਉਲਟਾ ਹੁੰਦਾ ਵਾ cos ਦਾ 45 ਦੇਖ ਲਓ ਉਹਦਾ ਉਲਟਾ ਕਰਨਾ ਹੁੰਦਾ ਵਾ ਤਾਂ ਉਹਨੂੰ ਅਸੀਂ ਚੂਜ਼ ਕਰ ਲੈਣਾ ਤਾਂ ਉਹਦੀ ਵੈਲਿਊ ਹੋਏਗੀ √2 ਠੀਕ ਹੈ ਜੀ। ਤਾਂ ਉਸ ਤੋਂ ਬਾਅਦ tan 30 ਦੀ ਵੈਲਿਊ ਕੀ ਹੋਏਗੀ tan 30 ਦੀ ਵੈਲਿਊ ਜਿਹੜੀ ਰਿਮੇਨਿੰਗ ਰਹੇਗੀ 1/√3 ਉਹ ਆਨਸਰ ਆ ਜਾਏਗਾ। ਉਸ ਤੋਂ ਬਾਅਦ ਹੈ ਸਾਡੇ ਕੋਲ ਕੁਛ ਕੁ ਆਇਡੈਂਟੀਟੀਜ਼ ਨੇ ਉਹਨੂੰ ਪੁੱਟ ਕਰਨਾ ਵਾ ਜਿਵੇਂ cos ਸਕੇਅਰ ਸਾਈਨ ਸਕੇਅਰ ਪਲੱਸ cos ਸਕੇਅਰ ਇਹ ਕੀ ਹੋਏਗਾ ਇਹਦੀ ਵੈਲਿਊ ਜਿਹੜੀ ਹੁੰਦੀ ਆ ਉਹ 1 ਦੇ ਬਰਾਬਰ ਹੁੰਦੀ ਆ ਆਇਡੈਂਟੀਟੀ ਆ। ਦੈਨ cos secant ਜਿਹੜਾ cos secant ਸਕੇਅਰ ਉਹ ਕੀ ਹੋਏਗਾ cos secant ਸਕੇਅਰ ਜਿਹੜਾ ਹੁੰਦਾ ਵਾ ਉਹ ਹੁੰਦਾ ਵਾ 1 + cot ਸਕੇਅਰ ਜਾਂ ਇਹ 90 ਡਿਗਰੀ ਤੋਂ ਹਮੇਸ਼ਾ ਘੱਟ ਹੁੰਦਾ ਵਾ। secant ਸਕੇਅਰ ਜਿਹੜਾ secant ਸਕੇਅਰ ਹੋਏਗਾ ਉਹ 1 + tan ਸਕੇਅਰ ਹੁੰਦਾ ਵਾ 1 + tan ਸਕੇਅਰ ਇਹ 90 ਤੋਂ ਘੱਟ ਹੁੰਦਾ ਵਾ। ਉਸ ਤੋਂ ਬਾਅਦ ਹੈ cos secant a ਕਿਹਦੇ ਬਰਾਬਰ ਹੁੰਦਾ ਵਾ ਇਹ ਉਲਟ ਹੁੰਦਾ ਵਾ ਕਿਹਦਾ ਉਲਟ ਹੁੰਦਾ ਵਾ 1/sin ਦਾ ਯਾਨੀ ਕਿ E ਆਨਸਰ ਉਹਦਾ ਆਏਗਾ। ਉਸ ਤੋਂ ਬਾਅਦ ਹੈ sin 90 - a ਇਹ ਕਿਹਦੇ ਬਰਾਬਰ ਹੁੰਦਾ cos a ਦੇ ਬਰਾਬਰ ਹੁੰਦਾ ਵਾ। ਦੈਨ ਉਸ ਤੋਂ ਬਾਅਦ ਹੈ tan 90 - a ਇਹ ਕਿਹਦੇ ਬਰਾਬਰ ਹੁੰਦਾ ਵਾ ਇਹ cot ਦੇ ਬਰਾਬਰ ਹੁੰਦਾ ਵਾ ਜੀ। ਉਸ ਤੋਂ ਬਾਅਦ ਹੈ ਤੁਹਾਡੇ ਕੋਲ tan tan ਕਿਹਦੇ ਉਲਟ ਹੁੰਦਾ ਵਾ 1/cot ਦੇ ਉਲਟ ਹੁੰਦਾ ਵਾ। ਦੈਨ ਉਸ ਤੋਂ ਬਾਅਦ sin ਕੀ ਹੁੰਦਾ ਵਾ ਪਰਪੈਂਡੀਕੂਲਰ ਓਵਰ ਬੇਸ P/B ਨਹੀਂ P/B ਨਹੀਂ ਹੁੰਦਾ ਸੌਰੀ tan ਹੁੰਦਾ ਵਾ ਉਹ ਸਾਈਨ ਦਾ ਆਈ ਹੋਪ ਸੋ ਵੀ ਜਿਹੜਾ ਸਾਈਨ ਆ ਉੱਧਰਲੀ ਸਾਈਡ ਜਿਹੜਾ ਆਨਸਰ ਹੋਏਗਾ ਇਹਦਾ ਪਿਆ ਹੋਏਗਾ 8th ਦਾ ਹੋਏਗਾ ਪਰਪੈਂਡੀਕੂਲਰ ਓਵਰ ਹਾਈਪੋਟਨਿਊਜ਼ ਠੀਕ ਹੈ ਜੀ। ਦੈਨ ਉਸ ਤੋਂ ਬਾਅਦ tan ਜਿਹੜਾ ਵਾ ਉਹ tan ਕਿਹਦੇ ਬਰਾਬਰ ਹੋਏਗਾ tan ਇਹਦੇ ਬਰਾਬਰ ਹੁੰਦਾ ਬਾਈ ਪਰਪੈਂਡੀਕੂਲਰ ਓਵਰ ਬੇਸ ਠੀਕ ਹੈ। ਤਾਂ ਇਹ ਥੋੜ੍ਹੇ ਜਿਹੇ ਆਨਸਰ ਉੱਧਰ ਇੱਧਰ ਹੋ ਗਏ ਸੀਗੇ। ਦੈਨ ਉਸ ਤੋਂ ਬਾਅਦ ਹੈ ਸਾਡੇ ਕੋਲ cot ਕੀ ਹੁੰਦਾ ਵਾ tan ਦਾ ਉਲਟ ਹੁੰਦਾ ਵਾ ਤਾਂ tan ਦਾ ਉਲਟ ਜਿਹੜਾ ਹੋਏਗਾ ਉਹ ਕੀ ਹੋਏਗਾ ਬੇਸ ਓਵਰ ਪਰਪੈਂਡੀਕੂਲਰ ਠੀਕ ਹੈ ਜੀ। ਤੇ cos secant ਹੁੰਦਾ ਸਾਈਨ ਦਾ ਉਲਟ ਤਾਂ cos secant ਦਾ ਕੀ ਆਨਸਰ ਆਏਗਾ ਹਾਈਪੋਟਨਿਊਜ਼ ਓਵਰ ਪਰਪੈਂਡੀਕੂਲਰ। ਫਿਰ secant ਜਿਹੜਾ ਹੁੰਦਾ ਵਾ ਉਹ ਕਿਹਦਾ ਉਲਟ ਹੁੰਦਾ ਵਾ cos ਦਾ ਉਲਟ ਹੁੰਦਾ ਵਾ ਤਾਂ ਇਹ ਕਿਹਦੇ ਬਰਾਬਰ ਆਏਗਾ ਹਾਈਪੋਟਨਿਊਜ਼ ਓਵਰ ਬੇਸ ਠੀਕ ਹੈ। ਆਈ ਹੋਪ ਤੁਹਾਨੂੰ ਕਲੀਅਰ ਹੋਇਆ ਹੋਊਗਾ। ਦੈਨ ਉਸ ਤੋਂ ਬਾਅਦ ਹੈ ਵੀ ਏਰੀਆ ਰਿਲੇਟਡ ਟੂ ਸਰਕਲ ਦੇ ਚੈਪਟਰ ਦੇ ਵਿੱਚੋਂ ਆਏਗਾ ਦੀ ਸਰਕਲ ਹੈਵ ਅ ਡੈਸ਼ ਵੀ ਸਰਕਲ ਦੇ ਵਿੱਚ ਕਿੰਨੀਆਂ ਟੇਂਜੈਂਟ ਹੋ ਸਕਦੀਆਂ ਨੇ ਸਰਕਲ ਦੇ ਵਿੱਚੋਂ ਤੁਸੀਂ ਜਿੰਨੀ ਮਰਜ਼ੀ ਟੇਂਜੈਂਟ ਡਰਾ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਟੇਂਜੈਂਟ ਟੂ ਦੀ ਸਰਕਲ ਇਜ਼ ਟੱਚ ਟੂ ਦੀ ਸਰਕਲ ਐਟ ਡੈਸ਼ ਪੁਆਇੰਟ ਉਹ ਕਿਹੜੇ ਪੁਆਇੰਟ ਦੇ ਉੱਤੇ ਉਹਨੂੰ ਟੱਚ ਕਰਦੀ ਆ ਇੱਕ ਹੀ ਪੁਆਇੰਟ ਦੇ ਉੱਤੇ ਟੱਚ ਕਰੇਗੀ ਟੇਂਜੈਂਟਾਂ ਜਿੰਨੀਆਂ ਵੀ ਹੋਣਗੀਆਂ। ਉਸ ਤੋਂ ਬਾਅਦ ਹੈ ਦੀ ਲਾਈਨ ਵਿਚ ਇੰਟਰਸੈਕਟ ਦੀ ਸਰਕਲ ਟੂ ਦੀਆਂ 2 ਪਾਰਟਸ ਇਜ਼ ਕਾਲਡ ਵੀ ਜਿਹੜੀ ਆ ਇੱਕ ਲਾਈਨ ਜਿਹੜੀ ਹੋਊਗੀ ਸਰਕਲ ਦੇ ਵਿੱਚ ਜਿਹੜੇ ਕਿ ਸਰਕਲ ਨੂੰ ਦੋ ਹੀ ਪਾਸੇ ਟੱਚ ਕਰਦੀ ਹੋਏਗੀ ਤਾਂ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ ਠੀਕ ਹੈ ਜੀ। ਤਾਂ ਅਸੀਂ ਉਹਦਾ ਆਨਸਰ ਕਰਨਾ ਵਾ ਵੀ ਉਹਨੂੰ ਅਸੀਂ ਕੀ ਕਹਿੰਦੇ ਆ ਉਹ ਕੀ ਹੁੰਦੇ ਆ ਸੀਕੈਂਟਸ ਹੁੰਦੇ ਆ ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਹੈ ਦੀ ਸਰਕਲ ਹੈਵ ਏ ਡੈਸ਼ ਪੈਰਲਲ ਟੇਂਜੈਂਟ ਵੀ ਜਿਹੜੇ ਸਰਕਲ ਦੇ ਵਿੱਚ ਪੈਰਲਲ ਟੇਂਜੈਂਟ ਹੁੰਦੀ ਆ ਉਹ ਕਿੱਡੀਆਂ ਹੁੰਦੀਆਂ ਨੇ ਮੈਨੀ ਪੇਅਰਸ ਹੋ ਸਕਦੇ ਜਿੰਨੇ ਮਰਜ਼ੀ ਕੱਢ ਸਕਦੇ ਆ। ਉਸ ਤੋਂ ਬਾਅਦ ਹੈ ਦੀ ਕਾਮਨ ਪੁਆਇੰਟ ਆਫ ਦੀ ਟੇਂਜੈਂਟ ਆਫ ਦੀ ਸਰਕਲ ਐਂਡ ਦੀ ਸਰਕਲ ਇਜ਼ ਕਾਲਡ ਉਹ ਸਰਕਲ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਉਹ ਅਸੀਂ ਸਰਕਲ ਨੂੰ ਕਹਿ ਦਿੰਦੇ ਹਾਂ ਪੁਆਇੰਟ ਆਫ ਕੰਟੈਕਟ ਵੀ ਇੱਥੇ ਕੀ ਆ ਉਹਨਾਂ ਦਾ ਕੰਟੈਕਟ ਹੋਇਆ ਵਾ। ਉਸ ਤੋਂ ਬਾਅਦ ਹੈ ਏਰੀਆ ਰਿਲੇਟਡ ਟੂ ਸੈਕਟਰ ਵੀ ਜਿਹੜਾ ਸੈਕਟਰ ਦੇ ਨਾਲ ਕਿਹੜਾ ਏਰੀਆ ਰਿਲੇਟ ਕਰਦਾ ਵਾ ਉਹਦੀ ਆਪਸ਼ਨ ਹੈ B θ/360 × πr ਸਕੇਅਰ। ਉਸ ਤੋਂ ਬਾਅਦ ਹੈ ਲੈਂਥ ਆਫ ਦੀ ਆਰਕ ਸੈਕਟਰ ਵੀ ਜਿਹੜਾ ਆਰਕ ਕੱਢਣ ਦੇ ਲਈ ਲੈਂਥ ਦਾ ਕੀ ਫਾਰਮੂਲਾ ਹੋਏਗਾ ਉਹਦਾ ਫਾਰਮੂਲਾ ਹੁੰਦਾ ਵਾ θ/360 × πr। ਉਸ ਤੋਂ ਬਾਅਦ ਹੈ ਸਰਕਮਫਰੈਂਸ ਆਫ ਦੀ ਸਰਕਲ ਉਹ ਕੀ ਹੁੰਦਾ ਵਾ 2πr ਠੀਕ ਹੈ ਜੀ। ਉਸ ਤੋਂ ਬਾਅਦ ਹੈ ਜਿਹੜਾ ਚੈਪਟਰ ਹੈ ਜਿਹਦੇ ਵਿੱਚ ਸਰਫੇਸ ਐਂਡ ਵੋਲੀਅਮ ਵਾਲਾ ਟੋਟਲ ਸਰਫੇਸ ਏਰੀਆ ਆਫ ਦੀ ਸਿਲੰਡਰ ਦਾ ਜਿਹੜਾ ਟੋਟਲ ਸਰਫੇਸ ਏਰੀਆ ਹੁੰਦਾ ਉਹ ਕੀ ਹੁੰਦਾ ਵਾ 2πr h + 2πr ਸਕੇਅਰ ਠੀਕ ਹੈ ਜੀ ਇਹ ਯਾਦ ਰੱਖਣਾ। ਉਸ ਤੋਂ ਬਾਅਦ ਹੈ ਵੋਲੀਅਮ ਆਫ ਦੀ ਸਿਲੰਡਰ ਉਹ ਕੀ ਹੁੰਦਾ ਵਾ πr ਸਕੇਅਰ h। ਉਸ ਤੋਂ ਬਾਅਦ ਹੈ ਟੋਟਲ ਸਰਫੇਸ ਏਰੀਆ ਆਫ ਦੀ ਕੋਨ ਦਾ ਟੋਟਲ ਸਰਫੇਸ ਏਰੀਆ ਕੀ ਹੋਏਗਾ πr l + πr ਸਕੇਅਰ। ਉਸ ਤੋਂ ਬਾਅਦ ਹੈ ਏਰੀਆ ਆਫ ਦੀ ਸਰਕਲ ਉਹ ਕੀ ਹੋਏਗਾ 2πr ਹੋਏਗਾ। ਨੈਕਸਟ ਚੱਲਦੇ ਹਾਂ।
ਨੈਕਸਟ ਹੈ ਸਾਡੇ ਕੋਲ ਮੈਸੀ ਕਾਲਮ ਦੱਸਣੀ ਹੈ, ਜਿਹੜੇ ਕਿ 14 ਚੈਪਟਰ ਸਟੈਟਿਸਟਿਕਸ ਦੇ ਵਿੱਚੋਂ ਆਏਗਾ। ਕਲਾਸ ਮਾਰਕ। ਕਲਾਸ ਮਾਰਕ ਕੀ ਹੁੰਦੇ ਆ? ਕਲਾਸ ਮਾਰਕ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕਲਾਸ ਇੰਟਰਵਲਸ ਕਹਿੰਦੇ ਹੁੰਦੇ ਆ, ਵੀ ਉਹ ਕਲਾਸ ਇੰਟਰਵਲਸ ਹੁੰਦੇ ਆ। ਅਤੇ ਉਹਦੇ ਵਿੱਚ ਅਸੀਂ ਕੀ ਲੈਂਦੇ ਹੁੰਦੇ ਆ? ਅੱਪਰ ਲਿਮਿਟ ਅਤੇ ਲੋਅਰ ਲਿਮਿਟ ਲੈਂਦੇ ਹੁੰਦੇ ਆ। ਉਸ ਤੋਂ ਬਾਅਦ ਹੈ ਮੋਡ ਦਾ ਫਾਰਮੂਲਾ ਕੀ ਹੋਏਗਾ? L ਪਲੱਸ F1 ਮਾਈਨਸ F0 ਓਵਰ 2F1 ਮਲਟੀਪਲਾਈ ਬਾय F0 ਮਾਈਨਸ F2 ਇੰਟੂ H। ਉਸ ਤੋਂ ਬਾਅਦ ਮੀਡੀਅਨ ਦਾ ਫਾਰਮੂਲਾ ਕੀ ਹੋਏਗਾ? L ਪਲੱਸ N ਓਵਰ 2 ਮਾਈਨਸ CF ਓਵਰ F ਇੰਟੂ H। 3 ਮੀਡੀਅਨ, ਜਿਹੜਾ 3 ਮੀਡੀਅਨ ਹੁੰਦਾ ਵਾ ਉਹ ਦੱਸਣਾ ਵਾ ਵੀ ਤੁਸੀਂ ਕਿਹਦੇ ਬਰਾਬਰ ਹੋਏਗਾ ਜਾਂ ਕਿਸ ਚੀਜ਼ ਦੇ ਰਿਲੇਟਡ ਉਹਨਾਂ ਲਿਆ ਗਿਆ ਵਾ। ਤਾਂ ਸੌਰੀ, ਇਹ ਤੁਹਾਡੇ ਲਈ ਵਰਕਸ਼ੀਟ ਸੀਗੀ, ਬਟ ਮੈਂ ਇਹਦੇ ਆਨਸਰ ਦੱਸਦੇ 2-3 ਦੇ, ਇਹ ਤੁਸੀਂ ਮੈਨੂੰ ਦੱਸਣੇ ਆ। ਦੈਨ ਹੈਗਾ ਵਾ ਮੀਨ ਦਾ ਜਿਹੜਾ ਡਾਇਰੈਕਟ ਮੈਥਡ ਆ ਉਹਦਾ ਫਾਰਮੂਲਾ ਕੀ ਹੋਏਗਾ? ਮੀਨ ਅਜ਼ਿਊਮਡ ਮੀਨ ਦਾ ਮੈਥਡ ਕਿਹੜਾ ਹੋਏਗਾ? ਤਾਂ ਉਹ ਤੁਸੀਂ ਦੱਸਣਾ ਵਾ। ਉਸ ਤੋਂ ਬਾਅਦ ਹੈ ਪ੍ਰੋਬਿਲਟੀ ਕੱਢਣ ਦਾ ਦੱਸਣਾ ਵਾ, ਤੁਸੀਂ ਮੈਨੂੰ ਆਨਸਰ ਕਰਕੇ ਦੱਸਣੇ ਆ। ਪ੍ਰੋਬਿਲਟੀ ਆਫ ਗੈਟਿੰਗ ਕਿੰਗ ਗੈਟ ਕਰਨ ਦੇ ਕਿੰਨੇ ਹੁੰਦੇ ਆ। ਦੈਨ ਉਸ ਤੋਂ ਬਾਅਦ ਪ੍ਰੋਬਿਲਟੀ ਆਫ ਟੂ ਸਪੇਅਰਡ, ਵੀ ਸਪੇਅਰਡ ਦੀ ਕਿਹੜੀ ਹੋਏਗੀ ਇਹਨਾਂ ਵਿੱਚੋਂ ਪ੍ਰੋਬਿਲਟੀ। ਉਸ ਤੋਂ ਬਾਅਦ ਹੈ ਪ੍ਰੋਬਿਲਟੀ ਗੈਟਿੰਗ ਟੂ ਦੀ ਕੁਈਨ ਆਫ ਦੀ ਡਾਇਮੰਡ ਦੀ ਕੁਈਨ ਨਿਕਲਣ ਦੀ ਕੀ ਪ੍ਰੋਬਿਲਟੀ ਹੋਏਗੀ। ਦੈਨ ਪ੍ਰੋਬਿਲਟੀ ਆਫ ਦੀ ਗੈਟਿੰਗ ਫੇਸ ਕਾਰਡ ਨਿਕਲਣ ਦੀ ਕੀ ਪ੍ਰੋਬਿਲਟੀ ਹੋਏਗੀ। ਪ੍ਰੋਬਿਲਟੀ ਗੈਟਿੰਗ ਟੂ ਦੀ ਰੈੱਡ ਫੇਸ ਕਾਰਡ ਐਂਡ ਪ੍ਰੋਬਿਲਟੀ ਆਫ ਦੀ ਗੈਟਿੰਗ ਕਿੰਗ ਆਫ ਦੀ ਰੈੱਡ। ਇਹ ਤੁਸੀਂ ਆਨਸਰ ਕਰਨੇ ਆ। ਉਸ ਤੋਂ ਬਾਅਦ ਹੈ ਮਿਕਸਡ ਕੁਐਸਚਨ ਹੈ, ਜਿਵੇਂ ਹੋਲ ਸਮੋਲੈਸਟ ਹੋਲ ਨੰਬਰ ਕਿਹੜਾ ਹੋਏਗਾ, ਸਮੋਲੈਸਟ ਨੈਚੁਰਲ ਨੰਬਰ ਕਿਹੜਾ ਹੋਏਗਾ, ਸਮੋਲੈਸਟ ਈਵਨ ਪ੍ਰਾਈਮ ਨੰਬਰ ਕਿਹੜਾ ਹੋਏਗਾ, ਸਮ ਆਫ ਦੀ 3 ਐਂਗਲਸ ਆਫ ਦੀ ਟਰਾਇੰਗਲ ਕੀ ਹੋਏਗਾ, ਸਮ ਆਫ ਦੀ 4 ਐਂਗਲ ਆਫ ਦੀ ਕੁਆਡਰੀਲੇਟਰਲ ਕੀ ਹੋਏਗਾ, ਮੇਜਰਸ ਆਫ ਦੀ ਰਾਈਟ ਐਂਗਲਸ ਉਹ ਕੀ ਹੋਏਗਾ। ਤਾਂ ਤੁਸੀਂ ਉਹਦੇ ਆਨਸਰ ਕਰਨੇ ਆ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਏਗਾ, ਜਿਹਦੇ ਵਿੱਚ ਅਸੀਂ MCQ ਕਾਫੀ ਜ਼ਿਆਦਾ ਕਰ ਲਏ ਨੇ ਅਤੇ ਕੁਛ ਕੁ ਰਹਿ ਰਹੇ ਨੇ, ਅਤੇ ਉਹਨੂੰ ਹੌਲੀ ਹੌਲੀ ਕਰਦੇ ਰਹਾਂਗੇ ਅਤੇ ਐਵੇਂ ਸੈਸ਼ਨ ਬਣਦਾ ਰਹੇਗਾ। ਸੌਰੀ ਫॉर ਦੈਟ ਵੀ ਇਸ ਵਾਰ ਜਿਹੜਾ ਸੈਸ਼ਨ ਸੀਗਾ ਉਹ ਕਾਫੀ ਲੇਟ ਬਣਿਆ, ਬਟ ਫਿਰ ਵੀ ਮੈਂ ਟਰਾਈ ਕਰੂੰਗਾ ਨੈਕਸਟ ਟਾਈਮ ਇਹ ਚੀਜ਼ ਨਾ ਹੋਵੇ ਅਤੇ ਤੁਹਾਨੂੰ ਰੈਗੂਲਰ ਸੈਸ਼ਨ ਮਿਲਣ, ਅਤੇ ਤੁਸੀਂ ਵੀ ਇਹਨੂੰ ਰੈਗੂਲਰਿਟੀ ਬੇਸ ਦੇ ਉੱਤੇ ਹੀ ਕਰਦੇ ਰਹੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।